बिस्मिल्लाहिर्रहमानिर्रहीम। अस्सलाम वालेकुम दोस्तों, मैं आपका दोस्त जमील टैडी किंग पिजन यूट्यूब चैनल को सब्सक्राइब कीजिएगा, लाइक कीजिएगा और अपने दोस्तों में शेयर कीजिएगा। दोस्तों, आज मैं ना भाई की तरफ आया हूँ। ये मेरे सगे भाई हैं, मनीर भाई। उनके साथ उनके दोस्त बैठे हुए थे, उस्ताद, वो भी नामी ग्रामी उस्तादों के शागिर्द हैं। तो मैंने कहा इसी मौजू पे एक वीडियो बना ली जाए, कुछ आपको थोड़ा सा कुछ पॉइंट मिल जाएंगे और बातचीत भी हो जाएगी उनसे। तो भाई मुनीर ने मुझे चाय पे बुलाया हुआ था, तो आया तो उस्ताद जी भी आए हुए थे। मैंने कहा चलें जी एक वीडियो बना लेते हैं। तो आए आपकी मुनीर भाई से बात करवाते हैं और उस्ताद से भी बात कराते हैं, आपकी मुलाकात करवाते वालेकुम सलाम। हैं। हाल है भाई जी? ठीक ठाक हो? शुक्र सेट हो? करम अल्लाह और दी कैसी तबीयत? तबीयत ਹੁਣ ਬਿਹਤਰ ਹੈ। ਚਲੋ ਅੱਲਾਹ ਤਾਲਾ ਖੈਰ ਕਰੇ। ਤੇ ਜੀ ਇਹ ਨੇ ਸਾਡੇ ਉਸਤਾਦ ਅਸਗਰ ਉਰਫ ਭੋਲੀ ਸਾਹਿਬ, ਬੜੇ ਮਸ਼ਹੂਰ ਨੇ। ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਕਰਾਂਗੇ। अस्सलाम वालेकुम। ਕੀ ਹਾਲ ਹੈ ਸਾਜ ਜੀ? ਠੀਕ ਠਾਕ ਹੋ? ਸੈਟ ਹੋ? ਅੱਲਾਹ ਦਾ और ਕਰਮ। कैसी तबीयत? ਸ਼ੁਕਰ ਸਭ ਅਲਹਮਦੁਲਿਲਾ, ਠੀਕ ਫਸਟ ਠਾਕ? ਕਲਾਸ, ਅੱਲਾਹ ਦਾ ਕਰਮ ਫਸਟ ਕਲਾਸ। ਉਸਤਾਦ ਜੀ ਅੱਜ ਫਿਰ ਅਸੀਂ ਇੱਕ ਮੌਕਾ ਵੇਖਿਆ ਤੇ ਅਸੀਂ ਕਿ ਥੋੜੀ ਜਿਹੀ ਉਸਤਾਦ ਰੱਖ ਲਓ, ਕੋਈ ਮਾਲੂਮਾਤ ਲੈ ਲਈਏ। ਤੇ ਉਸਤਾਦ ਜੀ ਆਪਣਾ ਕਿਹੜੇ ਉਸਤਾਦਾਂ ਦੇ ਤੁਸੀਂ ਸ਼ਾਗਿਰਦ ਹੋ? ਉਹਦੇ ਨਾਲ ਹਕੀਮ ਮਾਨੁੱਲਾ ਆਸ਼ਰਮ ਵਾਲੇ, ਜੀ ਜੀ, ਮੈਂ ਉਹਨਾਂ ਦਾ ਸ਼ਾਗਿਰਦ ਹੋ ਕੇ ਉਹਨਾਂ ਮੈਨੂੰ ਉਸਤਾਦ ਕੀਤਾ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਮਸਲਨ ਉਹ ਤੁਹਾਡੇ ਉਸਤਾਦ ਨੇ? ਹਾਂਜੀ, ਉਹ ਮੇਰੇ ਉਸਤਾਦ। ਮਾਸ਼ਾਅੱਲਾ ਹੋ ਗਏ ਜੀ। ਹਾਂਜੀ, ਤੇ ਅੱਜ ਮਨੀਰ ਭਾਈ ਵੱਲੇ ਆਏ ਹੋ? ਮਨੀਰ ਸਾਹਿਬ ਜਿਹੜੇ ਨੇ ਮੇਰੇ ਤਕਰੀਬਨ ਕੋਈ 30-35 ਸਾਲ ਤੋਂ ਉਦੋਂ ਦੇ ਮੇਰੇ ਦੋਸਤ ਭਰਾ ਬਣੇ ਨੇ। ਠੀਕ। ਯਾਨੀ ਕਿ ਅਸੀਂ ਇੱਕ ਟਾਈਮ ਐਸਾ ਹੁੰਦਾ ਸੀ ਕਿ ਇੱਕ ਛੱਤ ਤੇ ਸ਼ੌਕ ਕਰਦੇ ਹੁੰਦੇ ਸੀ। ਠੀਕ ਹੈ। ਉਦੋਂ ਉਸਤਾਦ ਜਮੀਲ ਸਾਹਿਬ ਹੈਗੇ ਹਨ, ਪਿਛਲੀ ਅੱਲਾਹ ਨੂੰ ਜੰਨਤਾਂ ਚ ਘਰ ਕਰੇ, ਉਹ ਉਸਤਾਦ ਸਾਨੇ। ਅੱਛਾ ਉਸਤਾਦ ਜੀ, ਇੱਕ ਹੋਰ ਗੱਲ ਹੈ ਕਿ ਕਬੂਤਰਬਾਜ਼ੀ ਦੇ ਸ਼ੌਕ 'ਚ ਤੁਸੀਂ ਕਿਸ ਤਰ੍ਹਾਂ ਆਏ? ਮੈਂ ਬਸ ਥੋੜਾ ਜਿਹਾ ਦੋਸਤਾਂ ਦੇ ਨਾਲ ਫਿਰਨਾ ਟੁਰਨਾ ਸ਼ੁਰੂ ਕੀਤਾ ਸੀ। ਹਾਂ, ਹਾਂ। ਕ੍ਰਿਕਟ ਦਾ ਸ਼ੌਕ ਸੀ। ਅੱਛਾ ਉੱਥੇ ਹੀ ਭਲਵਾਨੀ ਹੁੰਦੀ ਸੀ, ਉੱਥੇ ਹੀ ਕ੍ਰਿਕਟ ਹੁੰਦੀ ਸੀ। ਠੀਕ। ਉੱਥੇ ਹੀ ਅਸੀਂ ਇੱਕ ਕਬੂਤਰ ਫੜਿਆ ਹਾਂ, ਹਾਂ। ਤੇ ਅਸੀਂ ਉੱਥੇ ਰੱਖ ਲਿਆ। ਕੀ ਬਾਤ ਹੈ। ਉਹ ਕਰਦਿਆਂ ਕੋਈ ਦੋਸਤ ਆਇਆ, ਉਹਨੇ ਇੱਕ ਦੇ ਦਿੱਤਾ, ਕੋਈ ਬਾਹਰ ਜ਼ਿਮੀਦਾਰ ਫੜ ਕੇ ਲੈ ਆਉਂਦਾ ਹੁੰਦਾ ਸੀ, ਉਹ ਦੇ ਦਿੰਦਾ ਸੀ। ਉੱਥੇ ਚਾਰ ਦੀਵਾਰੀ ਸੀ, ਹਵੇਲੀ ਟਾਈਪ ਸੀ। ਉਹ ਅਸੀਂ ਹੌਲੀ ਹੌਲੀ ਕਰਨੇ ਇਸ ਤਰ੍ਹਾਂ ਸੀ ਕਬੂਤਰ ਉੱਥੇ ਰੱਖ ਲੈ। ਖੁੱਡਾ ਬਣਾਇਆ ਸੀ, ਵਿੱਚ ਵੜ ਨੀਵੇਂ ਹੋ ਕੇ ਵਿੱਚੋਂ ਕਬੂਤਰ ਫੜਨਾ ਪੈਂਦਾ ਸੀ। ਉਹ ਟਾਈਮਾਂ ਦੇ ਵਿੱਚ ਛੋਟੇ ਹੀ ਖੁੱਡੇ ਹੁੰਦੇ ਆ ਲੋਕਾਂ ਦੇ। ਉਦੋਂ ਬੂਹਾ ਹੀ ਨਹੀਂ ਮਸਾ ਸੇਰ ਹੀ ਲੰਘਦਾ ਸੀ। ਹਾਂ, ਉਦੋਂ ਇਹ ਹਿਸਾਬ ਹੁੰਦਾ ਸੀ। ਹੁਣ ਵਾਲੀ ਸ਼ਕੀਨੀ ਵਾਲੀ ਕਬੂਤਰਬਾਜ਼ੀ ਉਦੋਂ ਨਹੀਂ ਸੀ ਹੈਗੀ। ਇਹ ਤਕਰੀਬਨ 1983-84 ਦੀ ਗੱਲ ਹੈ। ਤੇ ਉਸ ਵੇਲੇ ਅਸੀਂ ਕਬੂਤਰਬਾਜ਼ੀ ਦਾ ਆਗਾਜ਼ ਕੀਤਾ ਸੀ। ਪਤਾ ਕੋਈ ਨਹੀਂ ਸੀ ਹੈਗਾ, ਬਸ ਜੋ ਹੁੰਦਾ ਸੀ ਕਿ ਇਹਨੂੰ ਡਾ ਛੱਡੋ ਰੋਜ਼। ਠੀਕ ਹੈ। ਨਹੀਂ ਵੇਖਣਾ ਇਹਨੂੰ ਦਾਣਾ ਹੈ, ਨਹੀਂ ਵੇਖਣਾ ਇਹਨਾਂ ਦੇ ਪੈਰ ਲਿਪੜੇ ਨੇ, ਨਹੀਂ ਵੇਖਣਾ ਕਿ ਇਹਨਾਂ ਨੂੰ ਪਾਣੀ ਦਿੱਤਾ ਕਿ ਨਹੀਂ ਦਿੱਤਾ। ਠੀਕ ਹੋ ਗਿਆ। ਉਡਾ ਦੇਣੇ ਸ਼ੌਕ ਦੇ ਨਾਲ ਵੇਖਣੇ ਕਰਨੇ ਨੇ। ਅੱਛਾ ਉਸਤਾਦ ਜੀ, ਇੱਕ ਗੱਲ ਹੋਰ ਕਿ ਅੱਜ ਕੱਲ ਮੈਂ ਵੇਖਿਆ ਬੜਾ ਜੀ ਕਬੂਤਰਬਾਜ਼ੀ ਦੇ ਵਿੱਚ ਜਦੋਂ ਛੱਤਾਂ ਦੀਆਂ ਬਾਜ਼ੀਆਂ ਲੱਗਦੀਆਂ ਨੇ ਤੇ ਲੋਕ ਸਾਰੀ ਰਾਤ ਜਾਗਦੇ ਨੇ, ਕਬੂਤਰਾਂ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਪਾਣੀ ਬਣਾ ਕੇ ਲਾ ਰਹੇ ਨੇ, ਪਤਾ ਨਹੀਂ ਕੀ ਉਹਨਾਂ ਦੇ ਮੈਡੀਸਨ ਇਸਤੇਮਾਲ ਕਰ ਰਹੇ ਨੇ। ਤੇ ਜਦੋਂ ਤੁਹਾਡੇ ਦੌਰ ਦੇ ਵਿੱਚ, ਤੁਹਾਡੀ ਜਵਾਨੀ ਦੇ ਵਿੱਚ ਕਬੂਤਰਾਂ ਨੂੰ ਉਡਾਇਆ ਜਾਂਦਾ ਸੀ ਤੇ ਐਸੇ ਤਰੀਕੇ ਨਾਲ ਹੀ ਉਡਾਇਆ ਜਾਂਦਾ ਸੀ? ਨਹੀਂ, ਹੁਣ ਜ਼ਿਆਦਾਤਰ ਕਬੂਤਰਬਾਜ਼ੀ ਹੋ ਗਈ ਹੈ ਸ਼ਕੀਨੀਆਂ ਵਾਲੀ। ਕੁਝ ਲੋਕ ਇੰਜੋਏ ਕਰਦੇ ਨੇ, ਜਿਹੜੇ ਅਜੇ ਵੀ ਪੁਰਾਣੇ ਉਸਤਾਦ ਨੇ ਨਾ, ਉਹ ਇੰਨਾ ਟਾਈਮ ਕਬੂਤਰਬਾਜ਼ੀ ਨੂੰ ਰਾਤ ਨੂੰ ਨਹੀਂ ਦਿੰਦੇ। ਉਹਦੇ ਵਿੱਚ ਇਹ ਵੇ ਕਿ ਜਿਵੇਂ ਇਨਸਾਨ ਰਾਤ ਆਪਣੀ ਨੀਂਦ ਪੂਰੀ ਕਰ ਲੈ ਤੇ ਸਵੇਰ ਫਰੈਸ਼ ਹੈ। ਬਿਲਕੁਲ ਇਸ ਤਰ੍ਹਾਂ ਹੀ ਇਹ ਜਾਨਵਰ ਹੈ, ਅਗਰ ਇਹ ਰਾਤ ਆਪਣੀ ਨੀਂਦ ਪੂਰੀ ਕਰ ਲੈ ਤੇ ਸਵੇਰ ਇਨਸ਼ਾਅੱਲਾ ਕਬੂਤਰ ਆਪਣੀ ਪ੍ਰਵਾਸ ਕਰਕੇ ਆਪਣੇ ਘਰ ਹੀ ਆਉਂਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅਗਰ ਇਹ ਰਾਤ ਦੀ ਥਕਾਵਟ ਵਿੱਚ ਹੋਏ ਤਾਂ ਦੀ ਨੀਂਦ ਪੂਰੀ ਨਹੀਂ ਹੋਏਗੀ, ਕੁਛ ਇਹਨੂੰ ਉਸਤਾਦੀ ਵੀ ਲੱਗੀ ਹੁੰਦੀ ਹੈ। ਉਹਦੇ ਲਿਹਾਜ਼ ਨਾਲ ਕਬੂਤਰ ਦਾ ਜਿਹੜਾ ਜ਼ਿਆਦਾ ਚਾਂਸ ਹੁੰਦੇ ਨੇ ਕਿ ਕਬੂਤਰ ਜਾਂ ਤਾਂ ਜਲਦੀ ਬਹਿਦਾ ਜਾਂ ਕਬੂਤਰ ਉੱਤੋਂ ਫਾਰਗ ਹੋ ਜਾਏਗਾ। ਫਿਰ ਉਹ ਬਾਅਦ ਵਿੱਚ ਆ ਜਾਂਦਾ ਤਰਾਜ ਜੀ, ਲਓ ਜੀ ਰਾਤੀ ਸਾਧ ਨੇ ਇੰਜ ਕਰ ਦਿੱਤਾ, ਮੇਰਾ ਕਬੂਤਰ ਇੰਜ ਦਾ ਸੀ। ਸਹੀ ਗੱਲ ਹੈ, ਬਿਲਕੁਲ ਸਹੀ ਗੱਲ। ਜਿਹੜਾ ਸਮਝਦਾਰ ਉਸਤਾਦ ਹੈ ਸਾਡੇ ਟਾਈਮਾਂ ਤੋਂ ਸ਼ੁਰੂ ਹੋਇਆ ਹੈਗਾ ਜਾਂ ਅਸੀਂ ਵੇਖਦੇ ਲੱਗੇ ਚੰਦ ਉਸਤਾਦ ਐਸੇ ਹੈ ਨੇ ਅਜੇ ਵੀ, ਉਹ ਇੰਨਾ ਕਬੂਤਰ ਨੂੰ ਰਾਤ ਮੌਕਾ ਨਹੀਂ ਦਿੰਦਾ ਹੈਗਾ। ਉਹ ਆਂਦਾ ਆਪ ਵੀ ਆਰਾਮ ਕਰੋ, ਕਬੂਤਰ ਕੋਲੋਂ ਵੀ ਆਰਾਮ ਕਰਵਾਓ। ਬਿਲਕੁਲ ਕੀ ਇੱਕ ਸਵੇਰੇ ਇਹਨੇ ਪ੍ਰਵਾਸ ਦੇਣੀ ਹੈ ਤਾਂ ਮੈਂ ਇਹਨਾਂ ਦੀ ਪ੍ਰਵਾਸ ਥੱਲੇ ਬਹਿ ਕੇ ਵੇਖਣੀ ਹੈ। ਅੱਛਾ ਉਸਤਾਦ ਜੀ, ਤੁਹਾਡੇ ਟਾਈਮ ਦੇ ਵਿੱਚ ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਕਬੂਤਰ ਜਿਹੜਾ ਸਾਦਾ ਮਸਲਨ ਸੁਬਹ ਨੂੰ ਉਡਾਉਂਦੇ ਨੇ, ਕੋਈ ਨੁਸਖਾ ਨਹੀਂ ਲੱਗਾ, ਕੋਈ ਦਵਾਈ ਨਹੀਂ ਉਹਨੂੰ ਖਵਾਈ ਗਈ, ਕੋਈ ਕੁਛ ਨਹੀਂ, ਤੇ ਉਹਨੂੰ ਉਡਾਉਂਦੇ ਨੇ ਤੇ ਸ਼ਾਮ ਕਰਕੇ ਘਰ ਬਹਿੰਦਾ,
ਤੇ ਬਾਅਦ ਚ ਜਦੋਂ ਕੋਈ ਬਾਜ਼ੀ ਲੱਗਦੀ ਹੈ ਜਾਂ ਉਸਤਾਦ ਰੇ ਉਹਨੂੰ ਕੋਈ ਛੇੜ ਦਿੰਦੇ ਨੇ ਤੇ ਉਹ 0 ਪੁਆਇੰਟ ਤੇ ਆ ਜਾਂਦਾ, ਮਸਲਾ ਹੈ ਕਿ ਉਹ ਐਂ ਜੁੜਿਆ ਤੇ ਬਹਿ ਗਿਆ। ਉਹ ਕੀ ਵਜ੍ਹਾ ਹੁੰਦੀ ਹੈ? ਉਹ ਕਬੂਤਰ ਨੂੰ ਨਾ ਥੋੜਾ ਜਿਹਾ ਹੁੰਦਾ ਕਿ ਜੋ ਚੀਜ਼ ਦਿੰਦੇ ਨੇ ਨਾ ਉਹਨੂੰ, ਉਹ ਕਬੂਤਰ ਨੂੰ ਨਹੀਂ ਮਾਫਕ ਆਉਂਦੀ। ਉਹ ਕਿਸੇ ਟਾਈਮ ਰਾਤ ਨੂੰ ਜਿਵੇਂ ਬੰਦੇ ਨੇ ਇੱਕ ਰੋਟੀ ਖਾ ਲਈਏ, ਉਹ 2 ਖਾ ਕੇ ਤੇ ਬਾਹਰ ਗਰਮੀ 'ਚ ਨਿਕਲ ਜਾਂਦਾ। ਹਾਂਜੀ ਹਾਂਜੀ। ਉਹ ਥੋੜਾ ਜਿਹਾ ਫਿਰਦਾ ਟੁਰਦਾ, ਉਹਦਾ ਦਿਮਾਗ ਚਕਰਾ ਜਾਂਦਾ, ਉਹ ਆਪ ਜਾਂ ਹੁੰਦਾ ਬਾਹਰ ਆ ਜਾਂਦਾ ਸਾਰਾ ਕੁਝ। ਉਹ ਤੇ ਇਨਸਾਨ ਹੈ ਤੇ ਉਹ ਤਾਂ ਦੱਸੇਗਾ ਕਿ ਮੈਂ 2 ਰੋਟੀਆਂ ਖਾਧੀਆਂ। ਹਾਂਜੀ। ਉਹ ਜਾਨਵਰ ਹੈ, ਉਹਨੂੰ ਖਵਾਇਆ ਪਿਆ ਹੋਇਆ ਹੁੰਦਾ, ਕੁਝ ਡਬਲ ਮਾਈਂਡ ਕੀਤਾ ਹੁੰਦਾ, ਗਰਮ ਕਰ ਲਿਆ ਠੰਡਾ ਕਰ ਲਿਆ। ਉਹ ਅੰਦਰ ਦੀ ਮਸ਼ੀਨਰੀ ਹੈ। ਉਹਦੇ ਲਿਹਾਜ਼ ਨਾਲ ਕਬੂਤਰ ਰਾਤ ਆਵਾਜ਼ਾਰ ਰਹਿੰਦਾ ਹੈ। ਉਹ ਸਵੇਰ ਜਿਸਲੇ 10 ਗੇੜੇ ਮਾਰੇ, 5 ਮਾਰੇ, 2 ਮਾਰੇ, ਉਹਦੀ ਇਹ ਕੋਸ਼ਿਸ਼ ਹੁੰਦੀ ਵੀ ਮੇਰੇ 'ਚ ਹਿੰਮਤ ਨਹੀਂ ਹੈਗੀ ਕਿ ਮੈਂ ਉੱਤੇ ਚਲਾ ਜਾਵਾਂ। ਉਹ ਵਾਪਸ ਆਣ ਕੇ ਬਹਿ ਜਾਂਦਾ। ਜੇ ਖੁਦਾ ਦਾ ਖਾਸਾ ਜੇ ਕਿਤੇ ਉਹ ਵੜ ਗਿਆ ਸਮਾਨ ਤੇ ਫਿਰ ਉਹ ਇਹੋ ਹੀ ਸਮਝਦਾ ਹੁੰਦਾ ਕਿ ਮੈਂ ਕਿੱਧਰ ਜਾਣਾ। ਸਹੀ ਹੋ ਗਿਆ, ਠੀਕ ਹੋ ਗਿਆ। ਕਿਉਂ ਸਾਹਿਬ ਨੀਰ ਸਾਹਿਬ ਜੀ ਸਹੀ ਕਹਿ ਰਹੇ ਨੇ ਭਾਈ ਨਰੀ, ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ। ਇਸ ਤਰ੍ਹਾਂ ਹੀ ਤੇ ਹੁੰਦਾ। ਤੁਸੀਂ ਆਪਣੇ ਜ਼ਮਾਨੇ 'ਚ ਜਦੋਂ ਤੁਸੀਂ ਬਾਜ਼ੀਆਂ ਉਡਾਉਂਦੇ ਸੀ, ਤੁਹਾਡੀ ਵੀ ਜਵਾਨੀ ਦੇ ਵਿੱਚ ਬਾਜ਼ੀਆਂ ਤੇ ਤੁਸੀਂ ਲਾਉਂਦੇ ਹੀ ਹੋਵੋਗੇ ਨਾ। ਤੇ ਤੁਸੀਂ ਕਦੀ ਆਪਣੇ ਤਜਰਬੇ ਦੇ ਮੁਤਾਬਕ ਕਦੀ ਇਹ ਵੇਖਿਆ ਕਿ ਜਿਹੜਾ ਤੁਹਾਡਾ ਕਬੂਤਰ ਜ਼ਿਆਦਾ ਉੱਡਣ ਵਾਲਾ ਹੋਵੇ ਤੇ ਤੁਸੀਂ ਉਹਨੂੰ ਛੇੜ ਦਿੱਤਾ ਤੇ ਉਹ ਉੱਡਦਾ ਹੀ ਨਹੀਂ? ਹੋ ਜਾਂਦਾ ਇਹੋ ਜਿਹਾ ਮਸਲਾ? ਨਹੀਂ ਹੋ ਜਾਂਦਾ ਹੈ। ਤੇ ਉਹ ਕਬੂਤਰ ਇੱਕ ਉਸਤਾਦ ਹੋ ਤੁਸੀਂ, ਤੁਹਾਡਾ ਤਜਰਬਾ ਹੈ ਇੱਕ ਪ੍ਰੈਕਟੀਕਲ ਹੈ ਕਿ ਉਸ ਉਸਤਾਦ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਸ ਕਬੂਤਰ ਨੂੰ ਮੈਂ ਛੇੜਨਾ ਹੈ ਕਿ ਨਹੀਂ ਛੇੜਨਾ? ਕਬੂਤਰ ਇਹ ਨਾ ਜਿਸ ਵੇਲੇ ਤਿਆਰੀ ਦੇਈਦੀ ਹੈ ਨਾ ਤੇ ਉਦੋਂ 5 ਕਬੂਤਰ ਉੱਡਦੇ ਸੀ ਤੇ ਉਦੋਂ ਸਾਧ ਪਤਾ ਕੀ ਕਰਦੇ ਸੀ, ਉਦੋਂ 12-14 ਕਬੂਤਰ ਤਿਆਰ ਕਰਦੇ ਸੀ ਸਾਜੀ। ਹਾਂਜੀ ਹਾਂਜੀ ਬਿਲਕੁਲ। 12-14 ਨਾਇਆਂ ਦਾ ਕੀਤੇ ਹੁੰਦੇ ਸੀ। ਉਹਨਾਂ ਨੂੰ ਸ਼ਾਗਿਰਦ ਨਹੀਂ ਚੈੱਕ ਕਰਦੇ, ਉਹਨਾਂ ਨੂੰ ਉਸਤਾਦ ਚੈੱਕ ਕਰਦਾ ਸੀ ਕਿ ਇਹ ਪੂਰੇ ਫਿਟਨੈਸ 'ਚ ਵੀ ਹੈਗੇ ਨੇ ਨਾ। ਉਹਦਾ ਤਰੀਕਾ ਹੁੰਦਾ ਫਿਟਨੈਸ ਚੈੱਕ ਕਰਨ ਦਾ। ਜਿਹੜਾ ਕਬੂਤਰ ਉਸਤਾਦ ਨੇ ਉਹ ਫਿਟਨੈਸ 'ਚ ਕੱਢ ਲਿਆ ਨਾ, ਉਹਨੂੰ ਜ਼ਹਿਰ ਵੀ ਦੇਗਾ ਨਾ ਤੇ ਉਹਨੇ ਉੱਡ ਕੇ ਬਹਿਣਾ। ਠੀਕ ਹੈ। ਤੇ ਜਿਹੜਾ ਫਿਟਨੈਸ 'ਚ ਠੀਕ ਨਹੀਂ ਹੈਗਾ, ਉਹ ਤੁਹਾਡੇ ਵਾਲੀ ਗੱਲ ਤੇ ਪੂਰਾ ਉਤਰੇਗਾ। ਉਹ ਦਵਾਈ ਦਿੱਤਿਆਂ ਬਹੇਗਾ ਵੀ ਨਹੀਂ, ਜਾਂ ਗੇੜਾ ਲੈ ਕੇ ਬਹਿ ਜਾਏਗਾ। ਜੇ ਉੱਤੇ ਚਲਾ ਗਿਆ ਤੇ ਉਹਨੇ ਸਲਾਮ ਅਲੈਕਮ ਲੈ ਲਈ ਹੈ। ਲੇਕਿਨ ਉਹ ਬਾਜ਼ੀਆਂ ਡਾਂਸ ਦੇ ਵਿੱਚ ਬੜੀ ਅਹਿਮ ਸ਼ਨਾਖਤ ਹੈ ਕਿ ਇਹ ਕਬੂਤਰ ਫਿੱਟ ਹੈ ਕਿ ਨਹੀਂ ਫਿੱਟ। ਉਹ ਤਰੀਕੇ ਨੇ ਫਿਟਨੈਸ ਚੈੱਕ ਕਰਨ ਦੇ ਤਰੀਕੇ ਨੇ, ਹਰ ਬੰਦੇ ਦਾ ਅਲੱਗ ਤਰੀਕਾ। ਬਈ ਉਹ ਤਜਰਬੇ ਨਾਲ ਹੀ ਉਹ ਤੁਹਾਨੂੰ ਨਹੀਂ, ਪੁਆਇੰਟ ਉਹ ਹਾਸਲ ਹੋ ਸਕਦਾ ਖੜੇ ਹੈ। ਹੋ ਕੇ ਕੋਈ ਉਹਨਾਂ ਦੀਆਂ ਵਿਠਾਂ ਨੂੰ ਵੇਖ ਕੇ ਕੋਈ ਇੰਜ ਥੋੜੀ ਦੇਰ ਬਹਿ ਕੇ ਵੇਖਣਾ ਪੈਂਦਾ। ਇਹ ਜਿਹੜੇ ਸਾਰੀ ਰਾਤ ਹੁਣ ਬਹਿੰਦੇ ਨੇ ਨਾ, ਉਹ ਪੁੱਤਰ ਦਵਾਈਆਂ ਦਿੰਦੇ ਨੇ। ਉਹ ਰਾਤ ਨੂੰ ਕੁਛ ਦਵਾਈ ਦਿੰਦੇ ਨੇ, ਜਿਹੜੀ ਸਵੇਰੇ ਡਾਣੀ ਹੁੰਦੀ ਉਹ ਕੁਛ ਹੁੰਦੀ ਹੈ। ਸਾਜ ਜੀ ਜਦੋਂ ਦੀ ਤੁਸੀਂ ਤਿਆਰੀ ਦਿੰਦੇ ਜੇ, ਮੈਂ ਤੇ ਇੰਨੀਆਂ ਬਾਜ਼ੀਆਂ ਦੇ ਵਿੱਚ ਨਹੀਂ ਗਿਆ ਤੇ ਤੁਹਾਡਾ ਤੇ ਕੰਮ ਹੀ ਇਹ ਰਿਹਾ, ਉਡਾਨ ਦਾ ਸ਼ੌਕ ਤੁਹਾਡਾ ਬਿਹਤਰੀਨ ਰਿਹਾ ਹੈ। ਤੇ ਮੈਨੂੰ ਤਾਂ ਬਰੀਡਿੰਗ ਦੇ ਬਾਰੇ 'ਚ ਪੁੱਛ ਸਕਦੇ ਜੇ, ਮੈਂ ਤੁਹਾਨੂੰ ਦੱਸ ਸਕਣਾ ਬੜੀਆਂ, ਜੋ ਕਹੋ ਤੁਹਾਨੂੰ ਦੱਸ ਸਕਣਾ। ਤੁਸੀਂ ਰਾਤ ਨੂੰ ਫਿਟਨੈਸ ਰਾਤ ਨੂੰ ਚੈੱਕ ਕਰਦੇ ਜੇ? ਹਾਂ ਬਿਲਕੁਲ ਠੀਕ ਹੈ। ਜਿਹੜੇ ਕਬੂਤਰ ਤੁਸੀਂ ਡਿਸਾਈਡ ਕਰ ਲੈਣਾ, 10-12-15 ਕਬੂਤਰਾਂ ਨੂੰ ਡਿਸਾਈਡ ਕਰਕੇ ਤੁਸੀਂ ਕੱਢੇ ਨੇ ਗਏ, 8 ਕਬੂਤਰ ਨੇ, ਉਦੋਂ ਉੱਡਦੇ ਤੇ 5 ਸਨ। ਹਾਂਜੀ। ਪਿਆਰੇ 'ਚ 5 ਹੀ ਉੱਡਦੇ ਸੀ ਨਾ। ਹਾਂਜੀ। ਉਹਦੇ 'ਚ ਤੁਸੀਂ 7-8 ਕੱਢ ਦਿੱਤੇ ਨੇ ਸਵੇਰੇ, ਫਿਰ ਮਾਲਕ ਦੀ ਮਰਜ਼ੀ ਹੈ। ਹਾਂਜੀ। ਉਹਨਾਂ 7-8 ਚੋਂ ਜਿਹੜਾ ਨੂੰ ਮਰਜ਼ੀ ਮੋਹਰ ਲਵਾ ਦੇਵੇ। ਇੰਝ ਹੀ ਹੈ। ਇੰਝ ਹੁੰਦਾ। ਤੇ ਫਿਰ ਉਹਨਾਂ ਚੋਂ ਕਬੂਤਰਾਂ ਨੂੰ ਘਾਟਾ ਵਾਧਾ ਬਹੁਤ ਘੱਟ ਵੇਖਿਆ ਮੈਂ ਬਹੁਤ ਘੱਟ ਵੇਖਿਆ। ਸਹੀ। ਹੁੰਦਾ ਹੀ ਨਹੀਂ ਸੀ। ਹੁਣ ਪੋਲੇ ਕਬੂਤਰ ਹੁੰਦੇ ਨੇ ਸਾਜੀ। ਇੱਕ ਮੈਨੂੰ ਹੋਰ ਵੀ ਗੱਲ ਦੀ ਅੱਜ ਤੱਕ ਸਮਝ ਨਹੀਂ ਜੇ ਆਈ ਕਿ ਜਿਹੜੇ ਹੁਣ ਉਸਤਾਦ ਨੇ, ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ, ਤੇ ਉਹ 50-50, 100-100, 200-200 ਕਬੂਤਰ ਮਾਰਿਆ ਵਾ ਛੱਡੇ ਹੁੰਦੇ ਨੇ ਉਹਨਾਂ ਨੇ ਪੱਟ ਕੇ। ਉਹ ਸਾਡੇ ਵਕਤ 'ਚ ਤੇ ਇੰਜ ਨਹੀਂ ਸੀ ਹੈਗਾ ਕਿ ਹੈ ਸੀ ਉਦੋਂ। ਨਹੀਂ ਉਸ ਵੇਲੇ ਜ਼ਿਆਦਾ ਤੋਂ ਜ਼ਿਆਦਾ ਕਬੂਤਰ 50-60 ਜਿੰਦੇ ਘਲੋਦੇ ਹਨ ਨਾ, ਉਹ ਆਂਦੇ ਹਨ ਜੀ ਬੜੇ ਅੱਛੇ ਕਬੂਤਰ ਉਹਨੇ ਰੱਖੇ ਨੇ, ਉਹਨੇ ਯਾਰ 50-60 ਕਬੂਤਰ ਪੱਟੇ। ਹੁਣ ਇਹਦਾ ਮਕਸਦ ਇਹ ਹੁੰਦਾ ਕਿ ਜਾਂ ਤੇ ਉਸਤਾਦ ਨੂੰ ਇਤਮਾਦ ਨਹੀਂ ਹੁੰਦਾ ਕਬੂਤਰਾਂ ਤੇ ਜਾਂ ਉਸਤਾਦ ਨੂੰ ਆਪਣੇ ਆਪ ਤੇ ਇਤਮਾਦ ਨਹੀਂ ਹੈਗਾ ਕਿ ਉੱਡਣੇ ਨੇ ਕਿ ਨਹੀਂ ਉੱਡਣੇ। ਅੱਛਾ ਦੂਜੀ ਇੱਕ ਗੱਲ ਨਾ ਵੇਖੋ, 400 ਕਬੂਤਰ ਪੱਟਿਆ ਮੈਂ ਕਈਆਂ ਛੱਤਾਂ ਦੇ ਵੇਖਿਆ, 200, 300, 250, 150 ਕਬੂਤਰ ਤੇ 11 ਉੱਡਣੇ ਨੇ। ਉਹ ਕਈਆਂ ਦੇ ਸਵਾਲ ਕਰੀਏ ਨਾ ਤਾਂ ਆਉਂਦੇ ਨੇ ਜੀ ਉਹ ਤੁਹਾਡੇ ਵਕਤ 'ਚ 5 ਉੱਡਦੇ ਸੀ ਸਾਜੀ, ਹੁਣ ਆਈਆਂ ਦਾ
11 ਵੀ ਉੱਡਦੇ ਨੇ, 22 ਵਾਲਾ ਵੀ ਕੱਪ ਉੱਡਦਾ ਹੈ। ਚਲੋ 22 ਵੀ ਉੱਡਦੇ ਨੇ ਤੇ ਉਹਦੇ ਲਈ ਕਬੂਤਰ 400 ਤਿਆਰ ਕਰਨਾ ਹੈ। ਨਹੀਂ, ਉਹਦੇ ਵਾਸਤੇ ਕਬੂਤਰ ਤੁਸੀਂ 100 ਪੱਟ ਲਓ, ਕੋਈ ਨਹੀਂ ਉੱਡੇਗਾ, ਕੋਈ ਗਵਾਚ ਜਾਏਗਾ, ਉਨੀ ਦੇਰ ਤੱਕ ਆ ਦਿਆ ਤੱਕ 40-50 ਕਬੂਤਰ ਵੀ ਬਚ ਗਏ ਤੇ ਉਸਤਾਦ ਆਪੀ ਉਹਨਾਂ ਨੂੰ ਕਬੂਤਰਾਂ ਨੂੰ ਉਡਾ ਲੈਂਦੇ। ਉਸਤਾਦ ਜੀ 40 ਕਬੂਤਰ ਤੁਸੀਂ ਮਾਇਆ ਦਾ ਪੱਟੇ ਨੇ। ਮੇਰੀ ਨਜ਼ਰ 'ਚ ਪਤਾ ਕੀ ਹੁੰਦਾ ਜੇ 40 ਕਬੂਤਰ ਪੱਟੇ ਨੇ ਨਾ ਤੁਸੀਂ, ਉਹਦੇ 'ਚ ਤੁਹਾਨੂੰ 5-7 ਕਬੂਤਰ ਬਹਿਰੀਆਂ ਵਾਸਤੇ, ਇੱਲਾਂ ਬਹਿਰੀਆਂ ਲਈ ਚਾਹੀਦੇ ਨੇ, 5-7-10 ਜਿਹੜੇ ਉੱਤੋਂ ਨਹੀਂ ਆਣੇ ਉਹ ਚਾਹੀਦੇ ਨੇ। ਹਾਂ ਬਿਲਕੁਲ ਠੀਕ ਹੈ। 10 ਕਬੂਤਰ ਚਿੜੀ ਮਾਰਨ ਲਈ ਵੀ ਚਾਹੀਦੇ ਨੇ। ਹਾਂ ਬਿਲਕੁਲ। ਮਗਰ ਕਿੰਨੇ ਬਚੇ? ਬਕਾਇਆ ਮਗਰ 20 ਬਚੇ। 20 ਬਚ ਗਏ। 20 ਬਚ ਗਏ। ਹੁਣ ਇਹ ਵੀ ਤਾਂ ਮਸਲਾ ਹੈ ਨਾ। ਬਿਲਕੁਲ। ਤੁਸੀਂ ਪਹਿਲੇ ਹੀ ਜ਼ੇਨ ਬਣਾ ਲਵੋ ਕਿ ਨਾ ਇਹਦਾ 5 ਬਹਿਰੀਆਂ ਲਈ ਨੇ, ਇਹ 5 ਨਾ ਇਹਦਾ ਕੋਈ ਬਿਮਾਰੀ ਸ਼ਮਾਰੀ ਲਈ ਨੇ, ਇਹ 10 ਚਿੜੀ ਮਾਰਨ ਲਈ ਨੇ, ਇਹ 20 ਬਚਣੇ ਨੇ। ਉਹ ਇਹ ਸਾਰਾ ਜ਼ੇਨ ਵਿੱਚ ਬਣਿਆ ਹੁੰਦਾ ਹੈ। ਹਾਂਜੀ। ਜਿਸ ਵੇਲੇ ਕਬੂਤਰ ਪੱਕਾ ਕਰੀਦਾ ਹੈ ਨਾ, ਕੋਸ਼ਿਸ਼ ਤੇ ਇਹ ਹੀ ਕਰਨੀ ਚਾਹੀਦੀ ਹੈਗੀ ਕਿ ਬੱਚਾ ਛੱਡੋ 2 ਕਲੀ ਦਾ, 3 ਕਲੀ ਦਾ, 4 ਕਲੀ ਦਾ, ਉਹਨੂੰ ਵੱਡਿਆ ਕਰੋ। ਉਹ ਵੱਡਿਆਂ ਹੁੰਦਿਆਂ ਤੱਕ ਜਿਹੜਾ ਹੈ ਨਾ, ਉਹ ਤੁਹਾਨੂੰ ਆਪਣੀ ਪ੍ਰਵਾਜ਼ ਦੱਸ ਦੇਵੇਗਾ ਕਿ ਮੈਂ ਉੱਡਣਾ ਕਿ ਨਹੀਂ ਉੱਡਣਾ ਹੈਗਾ। ਕਿ ਮੈਂ ਆਪਣੀ ਲਾਈਫ ਦੇ ਵਿੱਚ ਇਹ ਵੀ ਵੇਖਿਆ ਹੈਗਾ ਕਿ ਇੱਕ ਕਬੂਤਰ ਗਰਮੀ ਦੇ ਵਿੱਚ 2-2, 3-3 ਵਜਾ ਜਾਂਦਾ ਹੈ, ਅੱਸੂ ਦੇ ਵਿੱਚ ਉਹ 10 ਨਹੀਂ ਵਜਾਉਂਦਾ। ਉਹਨੂੰ ਬੜੇ ਤਜਰਬੇ ਕਰਕੇ ਉਹਦੀ ਵਜ੍ਹਾ ਕੀ ਹੁੰਦੀ ਹੈ? ਬਸ ਉਹ ਇੱਕ ਕਬੂਤਰ ਹੈਗਾ, ਉਹ ਨਹੀਂ ਸਰਦੀ 'ਚ ਚੱਲਦਾ। ਉਹ ਆਪਣੇ ਜਿਸਮ ਦੀ ਗਰਮਾਇਸ਼ ਦੇ ਨਾਲ ਜਿਹੜਾ ਨਾ, ਉਹ ਗਰਮੀ ਦੇ ਵਿੱਚ ਕਰਿਆ। ਸਾਜੀ ਉਹ ਕੋਈ ਵੇਖੋ, ਕਈ ਕਹਿੰਦੇ ਨੇ ਜੀ ਅਸੀਂ ਤਾਂ ਠੱਪੇ ਕਬੂਤਰ ਨੂੰ, ਘੈਂਡੇ ਵਾਲੇ ਕਬੂਤਰ ਨੂੰ ਵੀ ਸ਼ਾਮਾਂ ਪਵਾ ਦਿੱਤੀਆਂ ਨੇ। ਉਹ ਮੇਰੀ ਸਮਝ ਨਹੀਂ ਆ ਰਹੀ। ਕੋਈ ਐਸੀ ਦਵਾਈ ਹੈ ਜਿਹੜੀ ਠੱਪੇ ਕਬੂਤਰ ਨੂੰ ਨਾ ਇਹਦਾ ਸ਼ਾਮਾਂ ਪਵਾ ਦੇਣੀਆਂ? ਉਹ ਜੇ ਅਗਰ ਇਹ ਗੱਲ ਹੋਵੇ ਨਾ, ਤੇ ਵਰਲਡ ਚੈਂਪੀਅਨ ਉਸਤਾਦਾਂ ਦੇ ਉਸਤਾਦ ਹਾਜੀ ਮਿਸਰੀ ਦੀਨ, ਆਈ ਸਮਝ, ਅੱਲਾ ਨੂੰ ਜੰਦਾ ਹੀ ਘਰ ਕਰੇ, ਕੋਈ ਐਡਾ ਬੇਵਕੂਫ ਨਹੀਂ ਸੀ ਹੈਗਾ। ਉਹਨੇ ਸਹੀ ਪੱਟੀ ਦੇ ਘਰ ਵੀ 100-100, 150-150, 200 ਕਬੂਤਰ ਪੱਟੇ ਹੈ। ਜੇ ਘੰਟੇ 2 ਘੰਟੇ ਵਾਲਾ ਕਬੂਤਰ ਉਹਨੇ ਸ਼ਾਮ ਬਹਾਨਾ ਹੈ ਤੇ ਉਹਨੂੰ ਇੰਨੇ ਕਬੂਤਰ ਪੱਟ ਕੇ ਰੱਖਣ ਦੀ ਲੋੜ ਕੀ ਸੀ? ਬਿਲਕੁਲ ਸਹੀ ਗੱਲ ਹੈ। ਇੰਨਾ ਦਾਣਾ ਪਾਣਾ, ਇੰਨਾ ਬਦਾਮਾਂ ਦਾ ਖਰਚਾ, ਤੇ ਉਹਦੇ ਨਾਲ ਇਹ ਨਹੀਂ ਹੈਗਾ ਕਿ 50 ਕਬੂਤਰ ਜਾਂ 30 ਕਬੂਤਰ ਰੱਖ ਲਵੋ, ਉੱਡਣੇ ਤਾਂ 7 ਹੀ ਹੁੰਦੇ ਸਨ। ਸਾਜੀ ਉਦੋਂ 4-5 ਹਜ਼ਾਰ ਤਨਖਾਹ ਲੈਣ ਵਾਲੇ ਨੇ ਵੀ ਛੱਤ ਬਣਾਈ ਹੁੰਦੀ ਸੀ। ਹਾਂਜੀ। ਹੁਣ ਮੇਰੀ ਨਜ਼ਰ 'ਚ ਜਿਹਦੀ ਲੱਖ ਰੁਪਇਆ ਤਨਖਾਹ ਹੈ, ਉਹ ਸ਼ੌਕ ਕਰ ਸਕਦਾ ਉੱਡਣ ਵਾਲੀ ਛੱਤ। ਹਾਂਜੀ ਬਿਲਕੁਲ, ਉਹਨੇ ਇਹ ਹੋਈ ਜੀ। ਪਰ ਵਜ੍ਹਾ ਕੀ ਹੈ? ਉਦੋਂ ਕਿਉਂ ਸਸਤਾ ਸ਼ੌਕ ਸੀ, ਹੁਣ ਕਿਉਂ ਮਹਿੰਗਾ ਸ਼ੌਕ? ਉਦੋਂ ਇਹ ਸੀ ਕਿ ਜਿਸ ਟਾਈਮ ਤੇ ਉੱਤੇ ਮੈਂ ਕਬੂਤਰਬਾਜ਼ੀ ਦਾ ਆਗਾਜ਼ ਕੀਤਾ ਸੀ ਨਾ, ਖੁਦ ਆਪ ਪਹਿਲੇ ਤਾਂ ਕਰਦੇ ਰਹੇ ਹਾਂ ਅਸੀਂ, ਜਿਸ ਵੇਲੇ ਆਪਣੇ ਹੱਥੀਂ ਸਾਰਾ ਕੁਝ ਕਬੂਤਰ ਪੱਕੇ ਕੀਤੇ ਨੇ, ਉਡਾਏ ਨੇ, ਰਾਤ ਭੰਨੀ ਹੈ, ਦਿਹਾੜੀ ਵੀ ਭੰਨੀ ਅੱਗੋਂ। ਉਸ ਵੇਲੇ ਸਸਤਾ ਸਮਾਂ ਸੀ। ਮੈਂ ਆਪਣੇ ਹੱਥੀਂ 12 ਰੁਪਏ 14 ਰੁਪਏ ਕਿਲੋ ਬਦਾਮ ਲੈ ਨੇ, 25 ਰੁਪਏ ਕਿਲੋ ਦੇਸੀ ਘਿਓ ਲਿਆ, ਉਹ ਅਸੀਂ ਕਬੂਤਰਾਂ ਨੂੰ ਲੈਣ ਦੇਣ ਕਰਦੇ ਰਹੇ। ਹੁਣ ਦੇਸੀ ਘਿਓ ਜਿਹੜਾ ਹੈਗਾ ਉਹ ਹੈਗਾ 4000 ਰੁਪਏ ਕਿਲੋ, ਤੇ ਉਹ ਵੀ ਬਦਾਮ ਇਹ ਹੈਗੇ ਨੇ 3000 ਰੁਪਏ ਕਿਲੋ। ਤੇ ਉਹ ਵੀ ਮੇਦ ਕੋਨੀ ਹੈਗਾ ਕਿ ਅਸਲੀ ਵੀ ਹੈਗਾ ਕਿ ਨਹੀਂ, ਉਹ ਤੇ ਬਾਅਦ ਦਾ ਮਸਲਾ ਹੈ। ਹੁਣ ਮਹਿੰਗਾਈ ਇੰਨੀ ਕੁ ਹੋ ਗਈ ਹੈ ਕਿ ਜਿਸ ਬੰਦੇ ਦੀ 50,000 ਰੁਪਇਆ ਤਨਖਾਹ ਹੈ ਨਾ, ਉਹ ਕਬੂਤਰਾਂ ਨੂੰ ਖਵਾਏਗਾ ਕਿ ਆਪਣੇ ਬਾਲ ਬੱਚੇ ਨੂੰ ਖਵਾਵੇਗਾ। ਉਹਨੂੰ ਸ਼ੌਕ ਇਹ ਨਹੀਂ ਕਰਨਾ ਚਾਹੀਦਾ। ਉਹਨੂੰ ਇਹ ਕਰਨਾ ਨਹੀਂ ਚਾਹੀਦਾ। ਜੇ ਉਹ ਕਰੇ ਆਪਣੀ ਪਸਲੀ, ਆਪਣੀ ਔਕਾਤ ਦੇ ਮੁਤਾਬਕ ਸ਼ੌਕ ਕਰੇ, ਵਰਨਾ ਨਾ ਕਰੇ। ਮੇਰੀ ਨਜ਼ਰ 'ਚ ਉਹਨੂੰ ਇਹ ਡਾਣ ਵਾਲਾ ਸ਼ੌਕ ਕਰਨਾ ਹੀ ਨਹੀਂ ਚਾਹੀਦਾ। ਜੇ ਉਹਦਾ ਗੁਜ਼ਾਰਾ ਨਹੀਂ ਹੁੰਦਾ ਤੇ ਬਰੀਡਿੰਗ ਵਾਲਾ ਸ਼ੌਕ ਕਰ ਲੈ। ਉਹ ਥੋੜਾ ਜਿਹਾ ਸਸਤਾ ਹੈ, 2 ਜੋੜੇ ਵੀ ਰੱਖ ਸਕਦਾ ਹੈ, 20 ਵੀ ਰੱਖ ਸਕਦਾ ਹੈ, 100 ਕਬੂਤਰ ਵੀ ਰੱਖ ਸਕਦਾ ਹੈ ਆਪਣੀ ਪਸਲੀ ਦੇ ਮੁਤਾਬਕ। ਹਾਂ ਬਿਲਕੁਲ। ਜਿਸ ਵੇਲੇ ਤੁਸੀਂ ਉੱਡਣ ਵਾਲੀ ਛੱਤ ਬਣਾਓਗੇ ਨਾ, ਤੇ ਤੁਹਾਡੇ ਹਰੀਫ ਤੁਹਾਨੂੰ ਵਾਅਦਾ ਵੀ ਦੇਣਗੇ, ਟਿਕਣ ਨਹੀਂ ਦੇਣਗੇ। ਨਹੀਂ ਉਹ ਤਾਂ ਹੈ ਹੀ। ਫਿਰ ਵੇਖੋ, ਅੱਜ ਤੁਸੀਂ ਤੁਹਾਡੀ ਛੱਤ ਨਹੀਂ ਹੋਣੇਗੀ, ਖਤਮ ਹੈ। ਉਦੋਂ ਹੈਗੀ ਸੀ ਤੁਹਾਡੇ ਕੋਲ ਛੱਤ, ਅੱਜ ਨਹੀਂ ਹੈਗੀ। ਹਾਂਜੀ। ਤੁਸੀਂ ਅੱਜ ਕਿਸੇ ਛੱਤ ਤੇ ਚੜ ਜਾਓ, ਤੁਹਾਨੂੰ ਆਵਾਜ਼ਾਂ ਨਹੀਂ ਆਉਂਦੀਆਂ। ਮੈਂ ਨਾ 50 ਬੰਦੇ ਹੋਣੇ ਨੇ ਜਿਹੜੇ ਸਾਡੇ ਸੱਜਣ ਵੀ ਹੋਣੇ ਨੇ, ਉਹ ਵੀ ਸਾਡੇ ਪਿੱਛੇ ਬੰਦਾ ਢੋਰ ਦੇਂਦੇ। ਠੀਕ ਹੈ। ਜਾਓ ਜੀ ਫਲਾਣੀ ਜਗ੍ਹਾ ਛੱਤ ਤੇ ਚੜਿਆ। ਫਿਰ ਕੀ ਉਹਨਾਂ ਨੂੰ ਆਖੇਗਾ ਮੇਰੀ ਤਨਖਾਹ ਘੱਟ ਹੈ, ਮੈਂ ਨਹੀਂ ਲਾ ਸਕਦਾ? ਇਹੋ ਤੇ ਗੱਲ। ਫਿਰ ਉਹ ਲਾਣੀ ਪੈਣੀ, ਭਾਵੇਂ ਬਾਲ ਤੁਹਾਡੇ ਭੁੱਖੇ ਰਹਿ ਜਾਣ। ਇਸ ਲਈ ਮੈਂ ਕਹਿੰਦਾ ਵਾਂ ਕਿ ਜਿੰਦੇ ਤਨਖਾਹ ਥੋੜੀ ਹੈ, ਜਿੰਦੇ ਵਸਾਇਲ ਇੰਨੇ ਨਹੀਂ ਹੈਗੇ ਨਾ, ਉਹ ਇਹ ਸ਼ੌਕ ਨਾ ਕਰੇ ਉਡਾਣ ਵਾਲਾ। ਬਿਲਕੁਲ। ਬਰੀਡਿੰਗ ਵਾਲਾ ਕਰ ਲੈ, ਉਹ ਫਿਰ ਵੀ ਥੋੜਾ ਜਿਹਾ ਨਾ ਹਿਸਾਬ ਅੰਦਰ ਆ ਜਾਂਦਾ, ਸਮਝ ਆ ਜਾਂਦੀ ਹੈ। ਔਰ ਫਿਰ ਉਹਦੇ ਕੋਲ ਜਗ੍ਹਾ ਵੀ ਹੋਵੇ। ਉਹ ਨਾ ਹੋਏ ਉਹ ਮੇਰੇ ਭਰਾ ਛੋਟੇ ਤਰ੍ਹਾਂ ਬੈੱਡ ਥੱਲੇ ਰੱਖੇ ਹੋਣ, 2 ਜੋੜੇ ਬੈੱਡ ਥੱਲੇ ਰੱਖੇ ਨੇ,
अच्छा दोस्तों, आपने मेरे भाई मुनीर की और उस्ताद असगर और फौजी साहब की बातें सुनी, और वीडियो अगर हम उसी डिटेल पे बनाते रहते तो ज़्यादा लंबी हो जानी थी, इसीलिए आपको जो है ना इसका नेक्स्ट पार्ट भी बना के दिखाएंगे और मज़ीद बातचीत डिटेल से इनसे मालूमात लेते हैं। मिलते हैं आपको नेक्स्ट पार्ट में, तब तक के लिए अल्लाह हाफिज़।